ਹੁਣ ਉੱਥੇ ਜਾ ਕੇ ਗਿਲੀਅਨ ਕੀ ਕਹਿੰਦਾ, ਆਈ ਬੈਗ ਯੂ ਪਾਰਡਨ, ਮੈਨੂੰ ਖਿਮਾ ਕਰਨਾ, ਸੈਡ ਗਿਲੀਅਨ ਚੀਅਰਫੁਲੀ। ਗਿਲੀਅਨ ਨੇ ਮੁਸਕਰਾਉਂਦੇ ਹੋਏ ਕਿਹਾ, ਬਟ ਮੇ ਆਈ ਆਸਕ ਵਨ ਕੁਐਸਚਨ, ਪਰ ਕੀ ਮੈਂ ਤੁਹਾਨੂੰ ਇੱਕ ਸਵਾਲ ਪੁੱਛ ਸਕਦਾ ਹਾਂ? ਹੋਪ ਯੂ ਵੋਂਟ ਮਾਈਂਡ, ਮੈਨੂੰ ਆਸ ਹੈ ਕਿ ਤੂੰ ਬੁਰਾ ਨਹੀਂ ਮੰਨੇਗਾ। ਵਾਜ਼ ਮਿਸ ਹੇਡਨ ਲੈਫਟ ਐਨੀਥਿੰਗ ਬਾय ਮਾਈ ਅੰਕਲਜ਼ ਵਿਲ ਬਿਸਾਈਡਸ ਦ ਰਿੰਗ ਐਂਡ $10? ਕੀ ਮਿਸ ਹੇਡਨ ਲਈ ਮੇਰੇ ਅੰਕਲ ਦੀ ਵਸੀਅਤ ਵਿੱਚ $10 ਅਤੇ ਰਿੰਗ ਤੋਂ ਇਲਾਵਾ ਕੁਝ ਹੋਰ ਵੀ ਸੀ? ਨਥਿੰਗ, ਸੈਡ ਮਿਸਟਰ ਟੋਲਮੈਨ। ਮਿਸਟਰ ਟੋਲਮੈਨ ਨੇ ਕਿਹਾ, ਕੁਝ ਵੀ ਨਹੀਂ। ਆਈ ਥੈਂਕ ਯੂ ਵੈਰੀ ਮਚ ਸਰ, ਸੈਡ ਗਿਲੀਅਨ ਐਂਡ ਆਊਟ ਹੀ ਵੈਂਟ ਇਨਟੂ ਹਿਸ ਕੈਬ। ਮੈਂ ਤੁਹਾਡਾ ਬਹੁਤ ਸ਼ੁਕਰਗੁਜ਼ਾਰ ਹਾਂ ਸਰ, ਇੰਨਾ ਕਹਿ ਕੇ ਗਿਲੀਅਨ ਬਾਹਰ ਚਲਾ ਗਿਆ ਅਤੇ ਕੈਬ ਵਿੱਚ ਬੈਠ ਗਿਆ। ਵੈਨ ਗਿਲੀਅਨ ਰੀਚਡ ਹਿਜ਼ ਅੰਕਲਜ਼ ਹਾਊਸ, ਉਸ ਤੋਂ ਬਾਅਦ ਜਦੋਂ ਗਿਲੀਅਨ ਆਪਣੇ ਅੰਕਲ ਦੇ ਹਾਊਸ ਵਿੱਚ ਪਹੁੰਚਦਾ ਹੈ, ਮਿਸ ਹੇਡਨ ਵਾਜ਼ ਰਾਈਟਿੰਗ ਲੈਟਰਸ ਇਨ ਦ ਲਾਇਬ੍ਰੇਰੀ। ਮਿਸ ਹੇਡਨ ਲਾਇਬ੍ਰੇਰੀ ਵਿੱਚ ਬੈਠੀ ਲੈਟਰਸ ਲਿਖ ਰਹੀ ਸੀ। ਸ਼ੀ ਵਾਜ਼ ਸਮੌਲ ਐਂਡ ਸਲੈਂਡਰ ਐਂਡ ਡਰੈਸਡ ਇਨ ਬਲੈਕ। ਉਹ ਛੋਟੀ ਅਤੇ ਪਤਲੀ ਸੀ ਅਤੇ ਕਾਲੇ ਰੰਗ ਦੀ ਡਰੈਸ ਉਹਨੇ ਪਾਈ ਹੋਈ ਸੀ। I have just come from ਟੋਲਮੈਨਸ ਆਫਿਸ, ਮੈਂ ਹੁਣੇ ਟੋਲਮੈਨ ਦੇ ਆਫਿਸ ਵਿੱਚੋਂ ਆਇਆ ਹਾਂ। ਹੀ ਐਕਸਪਲੇਨਡ, ਉਸਨੇ ਵਰਣਨ ਕੀਤਾ। ਦੇ ਫਾਊਂਡ ਅ ਪੋਸਟ ਸਕ੍ਰਿਪਟ ਟੂ ਦ ਵਿਲ, ਉਹਨਾਂ ਨੂੰ ਵਸੀਅਤ ਦੇ ਅਖੀਰ ਵਿੱਚ ਲਿਖਿਆ ਇੱਕ ਨੋਟ ਮਿਲਿਆ ਹੈ। ਇਟ ਸੀਮਡ, ਅਜਿਹਾ ਲੱਗਦਾ ਸੀ, ਦੈਟ ਅੰਕਲ ਔਨ ਸੈਕਿੰਡ ਥਾਟਸ ਲੂਜ਼ਨਡ ਅ ਬਿਟ, ਕਿ ਅੰਕਲ ਦੇ ਦਿਮਾਗ ਵਿੱਚ ਆਏ ਦੂਜੇ ਵਿਚਾਰਾਂ ਕਰਕੇ ਆਪਣੀ ਵਸੀਅਤ ਵਿੱਚ ਕੁਝ ਢੀਲਤਾਈ ਯਾਨੀ ਢਿੱਲ ਛੱਡੀ ਹੈ। ਐਂਡ ਵਿਲਡ ਯੂ, ਅਤੇ ਤੇਰੇ ਲਈ ਵਸੀਅਤ ਕੀਤੀ ਹੈ $1000, $1000 ਸੀ। ਐਜ਼ ਆਈ ਵਾਜ਼ ਡਰਾਈਵਿੰਗ ਦਿਸ ਵੇ, ਜਿਵੇਂ ਕਿ ਮੈਂ ਇੱਧਰੋਂ ਕਾਰ ਚ ਲੰਘ ਰਿਹਾ ਸੀ, ਟੋਲਮੈਨ ਆਸਕਡ ਮੀ ਟੂ ਬ੍ਰਿੰਗ ਦ ਮਨੀ, ਟੋਲਮੈਨ ਨੇ ਮੈਨੂੰ ਮਨੀ ਲੈ ਕੇ ਜਾਣ ਲਈ ਦੇ ਦਿੱਤੀ। ਹੇਅਰ ਇਟ ਇਜ਼, ਇਹ ਹੈ। ਗਿਲੀਅਨ ਲੇਡ ਦ ਮਨੀ ਔਨ ਦ ਟੇਬਲ, ਗਿਲੀਅਨ ਨੇ ਉਹ ਵਾਲਾ ਪੈਸਾ ਟੇਬਲ ਉੱਤੇ ਰੱਖ ਦਿੱਤਾ। ਮਿਸ ਹੇਡਨ ਟਰਨਡ ਵਾਈਟ ਹੁੰਦਾ ਰੰਗ ਉੱਡ ਜਾਣਾ, ਠੀਕ। ਸੋ ਮਿਸ ਹੇਡਨ ਦਾ ਇੱਕਦਮ ਰੰਗ ਉੱਡ ਗਿਆ। ਓ ਆਈ ਐਮ ਸੌਰੀ, ਉਹ ਮੈਨੂੰ ਮਾਫ ਕਰਨਾ, ਸੈਡ ਮਿਸ ਹੇਡਨ। ਮਿਸ ਹੇਡਨ ਨੇ ਕਿਹਾ, ਟੇਕਿੰਗ ਅਪ ਹਰ ਮਨੀ, ਆਪਣੀ ਮਨੀ ਲੈਂਦੇ ਹੋਏ। ਆਈ ਐਮ ਸੌਰੀ, ਸ਼ੀ ਸੈਡ ਅਗੇਨ, ਮੈਨੂੰ ਮਾਫ ਕਰਨਾ, ਉਸਨੇ ਦੁਬਾਰਾ ਕਿਹਾ। ਦੇयर ਇਜ਼ ਨੋ ਯੂਜ਼, ਇਸ ਦੀ ਕੋਈ ਲੋੜ ਨਹੀਂ, ਸੈਡ ਗਿਲੀਅਨ। ਗਿਲੀਅਨ ਨੇ ਕਿਹਾ, ਆਲਮੋਸਟ ਲਾਈਟ ਹਾਰਟਡਲੀ ਹੁੰਦਾ ਆਰਾਮ ਨਾਲ, ਬੜੇ ਆਰਾਮ ਨਾਲ ਉਸਨੇ ਕਿਹਾ। ਮੇ ਆਈ ਰਾਈਟ ਅ ਨੋਟ, ਕਿ ਮੈਂ ਇੱਕ ਨੋਟ ਲਿਖ ਸਕਦਾ? ਆਸਕਡ ਗਿਲੀਅਨ, ਗਿਲੀਅਨ ਨੇ ਕਿਹਾ। ਵਿਦ ਅ ਸਮਾਈਲ, ਮੁਸਕਰਾਉਂਦੇ ਹੋਏ। ਸ਼ੀ ਗੇਵ ਹਿਮ ਦ ਪੇਪਰ ਐਂਡ ਦੈਨ ਵੈਂਟ ਬੈਕ ਟੂ ਹਰ ਵਰਕ। ਸੋ ਮਿਸ ਹੇਡਨ ਨੇ ਗਿਲੀਅਨ ਨੂੰ ਪੇਪਰ ਦਿੱਤਾ ਅਤੇ ਉਹ ਆਪਣੇ ਕੰਮ ਲੱਗ ਗਈ। ਗਿਲੀਅਨ ਮੇਡ ਐਨ ਅਕਾਊਂਟ ਆਫ ਹਿਸ ਐਕਸਪੈਂਡੀਚਰ ਆਫ ਦ $1000 ਇਨ ਥੀਸ ਵਰਡਸ, ਗਿਲੀਅਨ ਨੇ ਆਪਣੇ ਖਰਚ ਦੇ ਹਿਸਾਬ ਕਿਤਾਬ ਦਾ ਬਿਊਰਾ ਇਹਨਾਂ ਸ਼ਬਦਾਂ ਵਿੱਚ ਦਿੱਤਾ। paid by the black sheep ਰੋਬਰਟ ਗਿਲੀਅਨ। ਬਲੈਕ ਸ਼ੀਪ ਹੁੰਦਾ ਹੈ ਨੀਚ ਵਿਅਕਤੀ ਵੀ ਹੋ ਸਕਦਾ ਹੈ, ਪਰਾਇਆ ਆਦਮੀ ਵੀ ਹੋ ਸਕਦਾ ਹੈ। ਓਕੇ, ਇੱਕ ਪਰਾਇਆ ਆਦਮੀ ਰੋਬਰਟ ਗਿਲੀਅਨ ਵੱਲੋਂ ਦੇ ਦਿੱਤੇ ਗਏ $1000 ਔਨ ਦਾ ਅਕਾਊਂਟ ਆਫ ਇਟਰਨਲ ਹੈਪੀਨੈਸ। ਇਟਰਨਲ ਹੁੰਦਾ ਸਮੁੱਚੀ ਅੰਦਰੂਨੀ ਪੂਰੀ ਖੁਸ਼ੀ ਵਿੱਚ ਦੇ ਦਿੱਤੇ ਗਏ ਟੂ ਦ ਬੈਸਟ ਐਂਡ ਡੀਅਰੈਸਟ ਵੂਮਨ ਔਨ ਅਰਥ, ਸਭ ਤੋਂ ਵਧੀਆ ਅਤੇ ਸਭ ਤੋਂ ਪਿਆਰੀ ਇਸ ਧਰਤੀ ਦੀ ਔਰਤ ਨੂੰ। ਗਿਲੀਅਨ ਸਲਿਪਡ ਹਿਸ ਰਾਈਟਿੰਗ ਇਨਟੂ ਐਨ ਐਨਵਲਪ, ਗਿਲੀਅਨ ਨੇ ਆਪਣਾ ਲਿਖਿਆ ਹੋਇਆ ਇੱਕ ਇਨਵਲਪ ਵਿੱਚ ਪਾਇਆ, ਬੋਰਡ ਚੁੱਕਿਆ ਐਂਡ ਵੈਂਟ ਹਿਸ ਵੇ, ਅਤੇ ਆਪਣੇ ਰਸਤੇ ਚਲਾ ਗਿਆ। ਹਿਸ ਕੈਬ ਸਟੋਪਡ ਐਟ ਦ ਆਫਿਸ ਆਫ ਟੋਲਮੈਨ ਐਂਡ ਸ਼ਾਰਪ, ਉਸ ਦੀ ਟੈਕਸੀ ਟੋਲਮੈਨ ਐਂਡ ਸ਼ਾਰਪ ਦੇ ਆਫਿਸ ਜਾ ਕੇ ਰੁਕੀ। ਆਈ ਹੈਵ ਸਪੈਂਟ ਦ $1000, ਮੈਂ $1000 ਖਰਚ ਕਰ ਚੁੱਕਾ ਹਾਂ। ਹੀ ਸੈਡ ਚੀਅਰਫੁਲੀ ਟੂ ਮਿਸਟਰ ਟੋਲਮੈਨ, ਉਸਨੇ ਮੁਸਕਰਾਉਂਦੇ ਹੋਏ ਮਿਸਟਰ ਟੋਲਮੈਨ ਨੂੰ ਕਿਹਾ। ਐਂਡ ਆਈ ਹੈਵ ਕਮ ਟੂ ਗਿਵ ਯੂ ਦ ਅਕਾਊਂਟ, ਅਤੇ ਮੈਂ ਤੈਨੂੰ ਹਿਸਾਬ ਕਿਤਾਬ ਦੇਣ ਆਇਆ ਹਾਂ।
He tossed the envelope on the table. उसने ਉਹ ਲਿਫਾਫਾ ਟੇਬਲ ਉੱਤੇ ਉਛਾਲਿਆ. Without touching the envelope, ਬਿਨਾਂ envelope ਨੂੰ ਹੱਥ ਲਾਏ, Mr. Tallman went to the door and called his partner Sharp. Mr. Tallman ਦਰਵਾਜ਼ੇ ਕੋਲ ਗਿਆ ਆਪਣੇ ਪਾਰਟਨਰ ਨੂੰ ਬੁਲਾਉਣ ਲਈ, ਜਿਸ ਦਾ ਨਾਮ ਕੀ ਸੀ? Sharp. Together they discussed something. ਦੋਨਾਂ ਨੇ ਇਕੱਠਿਆਂ ਕੁਝ ਵਿਚਾਰ ਕੀਤਾ. Finally, Mr. Tallman said. ਅਖੀਰ Mr. Tallman ਨੇ ਕਿਹਾ, Mr. Gillian, your uncle had left another envelope, which has to be opened after you had submitted an account of spending the $1,000 bequest in the will. ਅਖੀਰ ਟੋਲਮੈਨ ਨੇ ਕਿਹਾ ਕਿ ਮਿਸਟਰ ਬਿਲੀਅਨ, ਤੁਹਾਡੇ ਅੰਕਲ ਤੁਹਾਡੇ ਲਈ ਇੱਕ ਹੋਰ ਲਿਫਾਫਾ ਛੱਡ ਗਏ ਹਨ, ਜਿਹੜਾ ਕਿ ਤੁਹਾਨੂੰ ਉਦੋਂ ਦੇਣ ਲਈ ਕਿਹਾ ਗਿਆ ਸੀ ਜਦੋਂ ਤੁਸੀਂ $1,000 ਦੇ ਖਰਚੇ ਦਾ ਹਿਸਾਬ ਕਿਤਾਬ ਸਾਨੂੰ ਸਬਮਿਟ ਕਰਾਓ, ਜਮ੍ਹਾਂ ਕਰਾਓ. As you have given the account, ਕਿ ਜਿੱਦਾਂ ਹੁਣ ਤੁਸੀਂ ਸਾਨੂੰ ਉਸ ਦਾ ਹਿਸਾਬ ਕਿਤਾਬ ਦੇ ਦਿੱਤਾ ਹੈ, my partner and I read the content of the envelope. ਮੈਂ ਅਤੇ ਮੇਰੇ ਪਾਰਟਨਰ ਨੇ ਇਸ envelope ਵਿੱਚ ਜੋ ਲਿਖਿਆ ਉਸ ਨੂੰ ਪੜ੍ਹਿਆ. We will not give you the details. ਅਸੀਂ ਤੈਨੂੰ ਇਸ ਦੀ ਡਿਟੇਲ ਨਹੀਂ ਦੇਵਾਂਗੇ, but the gist is that. gist ਹੁੰਦਾ ਕੇਂਦਰੀ ਭਾਵ. but the gist is that. gist ਹੁੰਦਾ ਮੁੱਕਦੀ ਗੱਲ. ਪਰ ਮੁੱਕਦੀ ਗੱਲ ਇਹ ਹੈ, if you have spent the $100 wisely, ਜੇ ਤੂੰ $100 ਸਿਆਣਪ ਨਾਲ ਖਰਚ ਕਰਦਾ, we have the power to release you $5,000 kept for you. ਤਾਂ ਸਾਡੇ ਕੋਲ ਇਹ ਸ਼ਕਤੀ ਹੈ ਕਿ ਤੇਰੇ ਲਈ $5,000 ਹੋਰ ਰੱਖ ਲਏ ਜਾਣ. But if you have spent the money the same way as you did it the past, ਪਰ ਜੇ ਤੂੰ ਇਸੇ ਤਰ੍ਹਾਂ ਹੀ ਇਹ ਪੈਸੇ ਖਰਚ ਕੀਤੇ ਜਿੱਦਾਂ ਕਿ ਤੂੰ ਪਿੱਛੇ ਖਰਚ ਕੀਤੇ ਹਨ, the $5,000 will be paid to Miriam Hayden. ਤਾਂ ਇਹ $5,000 ਮਿਰੀਅਮ ਹੇਡਨ ਨੂੰ ਪੇ ਕਰ ਦਿੱਤੇ ਜਾਣਗੇ. the ward of the late Mr. Gillian, ਜੋ ਕਿ ਮਿਸਟਰ ਗਿਲੀਅਨ ਦੀ ਵਾਰਡ ਸੀ. now Mr. Gillian, we will examine your account in regard to $1,000. ਹੁਣ ਮਿਸਟਰ ਗਿਲੀਅਨ ਅਸੀਂ ਮੁਆਇਨਾ ਕਰਾਂਗੇ ਕਿ ਤੁਸੀਂ $1,000 ਕਿੱਦਾਂ ਖਰਚ ਕੀਤੇ ਹਨ. Mr. Tallman reached for the envelope. Mr. Tallman envelope ਦੇ ਕੋਲ ਪਹੁੰਚਿਆ. Gillian was a little quicker in taking it up. Gillian ਥੋੜਾ ਹੋਰ ਤੇਜ਼ ਹੋਇਆ ਇਸ ਨੂੰ ਚੱਕਣ ਵਿੱਚ. He tore the account. ਉਸਨੇ ਹਿਸਾਬ ਕਿਤਾਬ ਨੂੰ ਪਾੜ ਦਿੱਤਾ and its cover, ਅਤੇ ਇਸ ਦੇ ਕਵਰ ਨੂੰ ਵੀ, and dropped them into his pocket, ਅਤੇ ਆਪਣੀ ਜੇਬ ਵਿੱਚ ਇਸ ਨੂੰ ਸੁੱਟ ਦਿੱਤਾ. It's all right, he said smilingly. ਬਸ ਹੁਣ ਠੀਕ ਹੈ, ਉਸਨੇ ਮੁਸਕਰਾਉਂਦੇ ਹੋਏ ਕਿਹਾ. There is no need to bother you with this. ਤੈਨੂੰ ਹੁਣ ਇਸ ਲਈ ਚਿੰਤਾ ਕਰਨ ਦੀ ਲੋੜ ਨਹੀਂ. Anyhow, I lost the $1,000 on the races. ਕਿਸੇ ਵੀ ਤਰ੍ਹਾਂ ਮੈਂ $1,000 ਦੌੜਾਂ ਦੇ ਵਿੱਚ ਲਗਾ ਕੇ ਹਾਰ ਬੈਠਾ ਹਾਂ. Good day to you, gentlemen. ਕਿ gentlemen, ਤੁਹਾਡਾ ਦਿਨ ਸ਼ੁਭ ਰਹੇ. Tallman and Sharp shook their heads in disgust and looked at each other. Tallman ਅਤੇ Sharp ਨੇ ਬੜੀ ਨਿਰਾਸ਼ਾ ਨਾਲ ਸਿਰ ਹਿਲਾਇਆ ਅਤੇ ਇੱਕ ਦੂਜੇ ਵੱਲ ਦੇਖਿਆ. and they heard Gillian leave the room whistling. ਅਤੇ ਉਹਨਾਂ ਨੇ ਦੇਖਿਆ ਕਿ ਗਿਲੀਅਨ ਤਾਂ ਬੜੇ ਮਜ਼ੇ ਦੇ ਨਾਲ ਸੀਟੀਆਂ ਮਾਰਦਾ ਹੋਇਆ ਰੂਮ ਚੋਂ ਜਾ ਰਿਹਾ ਹੈ. ਸੋ ਇੱਥੇ ਅਸੀਂ ਦੇਖਦੇ ਹਾਂ ਕਿ ਗਿਲੀਅਨ ਨੂੰ ਜਿਹੜੀ ਸਭ ਤੋਂ ਘ੍ਰਿਣਾਯੋਗ ਗੱਲ ਲੱਗਦੀ ਸੀ ਉਹ ਇਹ ਸੀ ਕਿ ਕੋਈ ਹਿਸਾਬ ਨਾ ਦੇਣਾ ਪਵੇ ਕਿ ਉਹਨੇ ਪੈਸੇ ਕਿੱਥੇ ਖਰਚ ਕੀਤੇ ਨੇ. ਸੋ ਇਹ ਉਸ ਨੂੰ ਅਕਾਊਂਟ ਦੇਣਾ ਜ਼ਿਆਦਾ ਔਖਾ ਲੱਗਦਾ ਸੀ. ਇਸ ਕਰਕੇ ਉਹ ਇਹਨਾਂ ਚੱਕਰਾਂ ਵਿੱਚ ਪੈਣਾ ਹੀ ਨਹੀਂ ਚਾਹੁੰਦਾ ਸੀ ਕਿ ਪਹਿਲਾਂ ਪੈਸੇ ਲਓ, ਫਿਰ ਉਹਦਾ ਹਿਸਾਬ ਕਿਤਾਬ ਲਿਖੋ, ਫਿਰ ਵਕੀਲਾਂ ਨੂੰ ਦੇਣ ਜਾਓ, ਫਿਰ ਉਹ ਹੋਰ ਪੈਸੇ ਦੇਣਗੇ, ਫਿਰ ਉਹਨਾਂ ਦਾ ਹਿਸਾਬ ਕਿਤਾਬ ਲਿਖਣਾ ਪਏਗਾ. ਸੋ ਇਸ ਗੱਲ ਤੋਂ ਘ੍ਰਿਣਾ ਕਰਦੇ ਹੋਏ ਉਸ ਵੇਲੇ ਦੀ $1,000 ਰਕਮ ਬਹੁਤ ਜ਼ਿਆਦਾ ਹੁੰਦੀ ਸੀ, ਜਿਸ ਨੂੰ ਕਿ ਉਹ ਇਸ ਕਰਕੇ ਘੱਟ ਕਹਿ ਰਿਹਾ ਸੀ ਕਿ ਉਸ ਨੂੰ ਇਸ ਦਾ ਹਿਸਾਬ ਕਿਤਾਬ ਦੇਣਾ ਪੈਣਾ ਸੀ ਤੇ ਉਹ ਇਸ ਤੋਂ ਛੁਟਕਾਰਾ ਪਾਉਣਾ ਚਾਹੁੰਦਾ ਸੀ ਕਿ ਨਾ ਹੀ ਵਰਤਣੀ ਪਵੇ. ਇਸੇ ਕਰਕੇ ਜਦੋਂ ਓਲਡ ਬ੍ਰਾਇਸਨ ਨੂੰ ਉਸਨੇ ਕਿਹਾ ਕਿ $1,000 ਉਸ ਲਈ ਘੱਟ ਹਨ, ਤਾਂ ਬ੍ਰਾਇਸਨ ਨੇ ਉਸ ਦੀਆਂ ਗੱਲਾਂ ਨੂੰ ਸੀਰੀਅਸਲੀ ਨਹੀਂ ਲਿਆ ਕਿਉਂਕਿ $1,000 ਬਹੁਤ ਹੁੰਦੇ ਹਨ. ਪਰ ਇਸ ਪੂਰੀ ਕਹਾਣੀ 'ਚ ਅਸੀਂ ਇਹੀ ਦੇਖਦੇ ਹਾਂ ਕਿ ਸਿਰਫ ਤੇ ਸਿਰਫ ਉਹ ਹਿਸਾਬ ਕਿਤਾਬ ਦੇਣ ਦੇ ਡਰ ਦੇ ਮਾਰੇ ਉਹ $1,000 ਇੱਕ ਝਟਕੇ ਵਿੱਚ ਹੀ ਖਰਚ ਦੇਣਾ ਚਾਹੁੰਦਾ ਸੀ ਤਾਂ ਕਿ ਜ਼ਿਆਦਾ ਹਿਸਾਬ ਕਿਤਾਬ ਉਸ ਨੂੰ ਨਾ ਦੇਣਾ ਪਵੇ. ਸੋ ਬੜੀ ਹੀ ਇੰਟਰਸਟਿੰਗ ਅਤੇ ਯੂਨੀਕ ਜਿਹੀ ਸਟੋਰੀ ਅੱਜ ਅਸੀਂ ਪੜ੍ਹੀ
ਸੋ ਇਹਦੇ ਕੁਐਸਚਨ ਆਨਸਰ ਨਾਲ ਆਪਾਂ ਕਰ ਲਏ ਹਨ। ਉਮੀਦ ਹੈ ਤੁਹਾਨੂੰ ਇਹ ਸਾਰੇ ਲੈਸਨ ਦੀ ਚੰਗੀ ਤਰ੍ਹਾਂ ਸਮਝ ਆ ਗਈ ਹੋਏਗੀ। ਕਿਸੇ ਵੀ ਕੁਐਸਚਨ ਬਾਰੇ ਤੁਸੀਂ ਮੇਰੇ ਕੋਲ ਕਮੈਂਟ ਬਾਕਸ ਵਿੱਚ ਪੁੱਛ ਸਕਦੇ ਹੋ। ਸੋ ਥੈਂਕ ਯੂ ਵੈਰੀ ਮੱਚ। ਮਿਲਦੇ ਹਾਂ ਅਗਲੀ ਵੀਡੀਓ ਵਿੱਚ।